ਗੁੱਡ ਮੋਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ ਸਾਹਿਤਿਕ ਕਿਰਨਾਂ ਭਾਗ ਪਹਿਲਾ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਕਵਿਤਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ। ਤਾਂ ਕਵਿਤਾ ਪੜ੍ਹਨ ਤੋਂ ਪਹਿਲਾਂ ਆਪਾਂ ਕਵੀ ਦੇ ਬਾਰੇ, ਉਹਦੀ ਸ਼ਖਸੀਅਤ ਅਤੇ ਰਚਨਾ ਬਾਰੇ ਪੜ੍ਹਾਂਗੇ। ਫਿਰੋਜ਼ਦੀਨ ਸ਼ਰਫ ਦਾ ਜਨਮ ਖਾਨ ਵੀਰੂ ਖਾਨ ਦੇ ਘਰ 1898 ਈਸਵੀ ਵਿੱਚ ਰਾਜਾ ਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਨੇ ਆਪਣੀ ਕਵਿਤਾ ਰਾਹੀਂ ਲੋਕਾਂ ਦੇ ਮਨਾਂ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਿਆਰ ਪੈਦਾ ਕੀਤਾ। ਉਹਨਾਂ ਦੀ ਆਵਾਜ਼ ਵੀ ਬਹੁਤ ਦਿਲ ਖਿੱਚਵੀਂ ਸੀ। ਆਪਣੀ ਦਿਲ ਖਿੱਚਵੀਂ ਆਵਾਜ਼ ਕਾਰਨ ਹੀ ਉਹਨਾਂ ਨੂੰ ਪੰਜਾਬੀ ਬੁਲਬੁਲ ਕਿਹਾ ਜਾਣ ਲੱਗਾ। ਉਹਨਾਂ ਦੀਆਂ ਕਵਿਤਾਵਾਂ ਦੇ ਵਿਸ਼ੇ ਦੇਸ਼ ਪ੍ਰੇਮ, ਹਿੰਦੂ ਮੁਸਲਿਮ ਸਮਾਜ ਸੁਧਾਰ, ਆਜ਼ਾਦੀ, ਗੁਲਾਮੀ ਦੀ ਭੰਡੀ ਆਦਿ ਸਨ। 1955 ਈਸਵੀ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਫਿਰੋਜ਼ਦੀਨ ਸ਼ਰਫ ਦੀਆਂ ਕੁਝ ਰਚਨਾਵਾਂ ਇਸ ਤਰ੍ਹਾਂ ਹਨ: ਸੁਨਹਿਰੀ ਕਲੀਆਂ, ਸ਼ਰਫ ਹੁਲਾਰੇ, ਹਿਜਰ ਦੀ ਅੱਗ, ਨੂਰੀ ਦਰਸ਼ਨ, ਸ਼ਰਫ ਉਡਾਰੀ, ਦੁੱਖਾਂ ਦੇ ਕੀਰਨੇ, ਨੱਬਿਆਂ ਦਾ ਸਰਦਾਰ, ਜੋਗੜ, ਸ਼੍ਰੋਮਣੀ ਸ਼ਹੀਦ ਆਦਿ। ਸੋ ਪੜ੍ਹਦੇ ਹਾਂ ਕਵਿਤਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਸਮਝਾਂ ਉਰਦੂ ਹਿੰਦੀ ਵੀ ਖੂਬ ਬੋਲਾਂ, ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ। ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ। ਸੋ ਇਹਨਾਂ ਲਾਈਨਾਂ ਦੇ ਵਿੱਚ ਜੋ ਕਵੀ ਨੇ ਉਹ ਕਹਿ ਰਹੇ ਹਨ, ਉਹ ਆਪਣੇ ਆਪ ਨੂੰ ਪੰਜਾਬੀ ਅਰਥਾਤ ਪੰਜਾਬ ਦਾ ਰਹਿਣ ਵਾਲਾ ਆਖਦਾ ਹੈ। ਉਹ ਕਹਿੰਦਾ ਹੈ ਕਿ ਉਹ ਭਾਵੇਂ ਪੇਂਡੂ ਹੈ ਪਰ ਉਹ ਸ਼ਹਿਰੀਏ ਢੰਗ ਦਾ ਹੈ। ਭਾਵ ਉਸਦਾ ਰਹਿਣ ਸਹਿਣ ਸ਼ਹਿਰੀਏ ਢੰਗ ਦਾ ਅਥਵਾ ਸ਼ਹਿਰੀ ਤੌਰ ਤਰੀਕੇ ਵਾਲਾ ਹੈ। ਉਹ ਉਰਦੂ ਬੋਲੀ ਨੂੰ ਸਮਝਦਾ ਹੈ ਅਤੇ ਹਿੰਦੀ ਵੀ ਖੂਬ ਬੋਲਦਾ ਹੈ। ਇਸ ਦੇ ਨਾਲ ਹੀ ਉਹ ਥੋੜ੍ਹੀ ਬਹੁਤ ਅੰਗਰੇਜ਼ੀ ਵੀ ਜਾਣਦਾ ਹੈ। ਉਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਰੱਖਦਾ ਹੈ ਅਤੇ ਜਿਹੜੀ ਇਹ ਗੱਲ ਹੈ ਉਹ ਕਹਿਣ ਤੋਂ ਕਦੇ ਵੀ ਨਹੀਂ ਸ਼ਰਮਾਉਂਦਾ ਕਿ ਉਸਨੂੰ ਪੰਜਾਬੀ ਬੋਲੀ ਨਾਲ ਪਿਆਰ ਹੈ। ਅਗਲੀਆਂ ਸਤਰਾਂ ਪੜ੍ਹਦੇ ਹਾਂ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ। ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਿਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ। ਤਾਂ ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਉਹ ਇਸ ਗੱਲ ਦਾ ਮਾਣ ਕਰਦਾ ਹੈ ਕਿ ਮੈਂ ਪੰਜਾਬੀ ਹਾਂ। ਇਸ ਮਾਣ ਨਾਲ ਗੱਲ ਕਰਦਾ ਹੋਇਆ ਉਹ ਕਵੀ ਕਹਿੰਦੇ ਹਨ ਕਿ ਮੈਂ ਕਿਸੇ ਸੁਹਾਗਣ ਦੀ ਨੱਥ ਦਾ ਮੋਤੀ ਹਾਂ ਅਤੇ ਪੰਜਾਬਣ ਦੀ ਵੰਗ ਦਾ ਟੁਕੜਾ ਹਾਂ। ਇਸ ਚੀਜ਼ 'ਚ ਉਹ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਦਾ। ਉਹ ਮਾਣ ਵਿੱਚ ਹੀ ਇਹ ਗੱਲ ਕਹਿ ਰਹੇ ਹਨ ਕਵੀ ਕਿ ਮੈਂ ਸੁਹਾਗਣ ਦੀ ਨੱਥ ਦਾ ਮੋਤੀ ਹਾਂ ਅਤੇ ਪੰਜਾਬਣ ਦੀ ਵੰਗ ਦਾ ਟੁਕੜਾ ਹਾਂ। ਤਾਂ ਜਿਹੜੇ ਕਵੀ ਨੇ ਉਸਨੂੰ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਇਤਨਾ ਜ਼ਿਆਦਾ ਪਿਆਰ ਹੈ। ਉਹ ਪਿਆਰ ਨੂੰ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਉਹ ਸ਼ੁਰੂ ਤੋਂ ਹੀ ਇਸ ਗੱਲ ਦੀ ਇੱਛਾ ਹੈ, ਉਸਦੀ ਸ਼ੁਰੂ ਤੋਂ ਹੀ ਇਸ ਇੱਛਾ ਦਾ ਆਸ਼ਿਕ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਦੇਸ਼ ਅੰਦਰ ਮਾਣ ਸਨਮਾਨ ਮਿਲੇ, ਪਿਆਰ ਮਿਲੇ। ਅਗਲੀਆਂ ਸਤਰਾਂ ਪੜ੍ਹਦੇ ਹਾਂ। ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਸਿੱਕੇ 'ਤੇ ਟੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਸੋ ਇਹਨਾਂ ਲਾਈਨਾਂ ਦੇ ਵਿੱਚ ਕਵੀ ਕਹਿ ਰਹੇ ਹਨ, ਜੋ ਵਾਰਿਸ ਸ਼ਾਹ ਹੈ ਉਹ ਇੱਕ ਪ੍ਰਸਿੱਧ ਕੌਣ ਨੇ? ਕਿੱਸਾਕਾਰ ਨੇ। ਅਤੇ ਬੁੱਲੇ ਸ਼ਾਹ ਜਿਹੜੇ ਨੇ ਉਹ ਸੂਫੀ ਕਾਵਿ ਦੇ ਪ੍ਰਸਿੱਧ ਕਵੀ ਹੋਏ ਹਨ। ਸੋ ਇਹਨਾਂ ਸਤਰਾਂ ਦੇ ਵਿੱਚ ਜੋ ਕਵੀ ਨੇ ਉਹ ਕਹਿ ਰਹੇ ਹਨ ਕਿ ਉਹ ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਅਤੇ ਪ੍ਰਸਿੱਧ ਸੂਫੀ ਕਵੀ ਬੁੱਲੇ ਸ਼ਾਹ ਦੀ ਕਵਿਤਾ ਵਾਲੇ ਰੰਗ ਵਿੱਚ ਆਪਣੀ ਜ਼ਿੰਦਗੀ ਨੂੰ ਡੋਬ ਡੋਬ ਕੇ ਰੰਗਦਾ ਹੈ। ਭਾਵ ਉਸਨੂੰ ਉਹਨਾਂ ਦੀ ਜੋ ਸਾਹਿਤ ਹੈ ਉਸਨੂੰ ਧਿਆਨ ਨਾਲ ਬਹੁਤ ਪ੍ਰੇਮ ਕਰਦਾ ਹੈ। ਆਪਦੀ ਜ਼ਿੰਦਗੀ ਉਸ ਤਰੀਕੇ ਨਾਲ ਉਹਨੂੰ ਢਾਲ ਰੱਖੀ ਹੈ। ਉਹਨਾਂ ਦੇ ਸਾਹਿਤ ਨੂੰ, ਕਵਿਤਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਰੱਖਿਆ ਹੈ। ਉਹ ਪੰਜਾਬ ਵਿੱਚ ਰਹਿ ਕੇ ਯੂਪੀ ਦੀ ਭਾਸ਼ਾ ਭਾਵ ਹਿੰਦੀ ਵਿੱਚ ਗੱਲ ਕਰਨ ਵਾਲੀ ਅਕਲ ਨੂੰ ਸਿੱਕੇ 'ਤੇ ਟੰਗਦਾ ਹੈ। ਭਾਵ ਇਸ ਦੀ ਪਰਵਾਹ ਨਹੀਂ ਕਰਦਾ ਅਥਵਾ ਇਸ ਨੂੰ ਰੱਦ ਕਰਦਾ ਹੈ। ਜਿਹੜਾ ਕਵੀ ਉਹ ਬਿਲਕੁਲ ਇਸ ਗੱਲ ਨੂੰ ਪਸੰਦ ਨਹੀਂ ਕਰਦਾ ਕਿ ਉਹ ਪੰਜਾਬ ਵਿੱਚ ਰਹਿ ਕੇ ਕੋਈ ਹੋਰ ਭਾਸ਼ਾ ਨੂੰ ਬੋਲੇ। ਕਵੀ ਸ਼ਰਫ ਆਪਣੇ ਆਪ ਨੂੰ ਪੰਜਾਬੀ, ਪੰਜਾਬ ਦਾ ਰਹਿਣ ਵਾਲਾ ਦੱਸਦਾ ਹੋਇਆ ਪੰਜਾਬ ਦਾ ਸੇਵਕ ਆਖਦਾ ਹੈ ਅਤੇ ਹਮੇਸ਼ਾ ਹੀ ਆਪਣੀ ਮਾਂ ਬੋਲੀ ਪੰਜਾਬੀ ਦੀ ਖੈਰ ਮੰਗਦਾ ਹੈ ਅਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦਾ ਹੈ। ਸੋ ਸਟੂਡੈਂਟਸ, ਇਹ ਸੀ ਆਪਣੀ ਕਵਿਤਾ। ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਆ ਚੁੱਕੀ ਹੋਏਗੀ ਕਿ ਜੋ ਫਿਰੋਜ਼ਦੀਨ ਸ਼ਰਫ ਹੈ ਉਹਨਾਂ ਦੀ ਕਵਿਤਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ। ਇਸ ਤੋਂ ਬਾਅਦ ਕੁਝ ਔਖੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ ਜੋ ਕਿ ਤੁਸੀਂ ਧਿਆਨਪੂਰਵਕ ਪੜ੍ਹਨੇ ਹਨ।
ਇਹ ਤੁਸੀਂ ਜਦੋਂ ਪੜ੍ਹੋਗੇ ਤਾਂ ਤੁਹਾਨੂੰ ਵਿਆਖਿਆ ਜੋ ਮੈਂ ਕਰਵਾਈ ਹੋਰ ਵੀ ਚੰਗੀ ਤਰ੍ਹਾਂ ਸਮਝ ਆਏਗੀ। ਔਰ ਜਦੋਂ ਤੁਸੀਂ ਇਹ ਵਾਲੇ ਔਖੇ ਸ਼ਬਦਾਂ ਦੇ ਅਰਥਾਂ ਨੂੰ ਪੜ੍ਹ ਕੇ ਯਾਦ ਕਰਕੇ ਕਵਿਤਾ ਨੂੰ ਖੁਦ ਪੜ੍ਹੋਗੇ ਤਾਂ ਤੁਹਾਨੂੰ ਕਵਿਤਾ ਪੂਰੀ ਤਰ੍ਹਾਂ ਸਮਝ ਵੀ ਆਏਗੀ ਔਰ ਯਾਦ ਵੀ ਹੋਏਗੀ। ਇਸ ਤੋਂ ਬਿਨਾਂ ਇਹ ਇੱਕ ਟਿੱਪਣੀ ਹੈ, ਆਪਾਂ ਟਿੱਪਣੀ ਪੜ੍ਹਾਂਗੇ। ਫਿਰੋਜ਼ਦੀਨ ਸ਼ਰਫ ਨੇ ਇਸ ਕਵਿਤਾ ਵਿੱਚ ਸਾਨੂੰ ਹੋਰ ਬੋਲੀਆਂ ਦੇ ਨਾਲ ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਪੂਰਾ ਸਨਮਾਨ ਦੇਣ ਲਈ ਪ੍ਰੇਰਿਤ ਕਰਨ ਦਾ ਯਤਨ ਕੀਤਾ ਹੈ। ਉਹ ਸਾਨੂੰ ਆਪਣੀ ਮਾਂ ਬੋਲੀ ਦੀ ਮਹੱਤਤਾ ਨੂੰ ਪਛਾਣਨ ਲਈ ਕਹਿੰਦੇ ਹਨ। ਕਵੀ ਅਨੁਸਾਰ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਜ਼ਿੰਦਗੀ ਵਿੱਚ ਤਰੱਕੀ ਬਾਰੇ ਸੋਚਣਾ ਵੀ ਵਿਅਰਥ ਹੈ। ਆਪਸੀ ਸੰਚਾਰ ਲਈ ਮਾਂ ਬੋਲੀ ਹੀ ਢੁਕਵੀਂ ਭਾਸ਼ਾ ਹੁੰਦੀ ਹੈ। ਕਵੀ ਨੇ ਇਸ ਕਵਿਤਾ ਰਾਹੀਂ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨ ਦੀ ਗੱਲ ਕਹੀ ਹੈ। ਸੋ ਇਹਦੇ ਵਿੱਚ ਕੀ ਕਿਹਾ ਹੈ ਕਵੀ ਨੇ ਕਿ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜਿਹੜੀ ਆਪਣੀ ਮਾਂ ਬੋਲੀ ਉਸ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਉਸ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਣੀ ਮਾਂ ਬੋਲੀ ਨੂੰ ਬੋਲਣ ਲੱਗਿਆ ਕਦੇ ਵੀ ਸੰਗ ਮਹਿਸੂਸ ਨਹੀਂ ਕਰਨੀ ਚਾਹੀਦੀ। ਅਤੇ ਇਸ ਟਿੱਪਣੀ ਦੇ ਵਿੱਚੋਂ ਅੱਗੇ ਦਿੱਤਾ ਗਿਆ ਹੈ ਕਿ ਵੀ ਜਿਹੜੀਆਂ ਉਹ ਆਪਣੀ ਇਸ ਕਵਿਤਾ ਰਾਹੀਂ ਪੰਜਾਬੀ ਭਾਸ਼ਾ ਨੂੰ ਦੇਸ਼ ਅੰਦਰ ਮਾਣ ਦਿਵਾਉਣ ਦੀ ਕਾਮਨਾ ਕਰਦੇ ਹਨ। ਉਹ ਬੁੱਲ੍ਹੇ ਸ਼ਾਹ ਅਤੇ ਵਾਰਿਸ ਸ਼ਾਹ ਦੇ ਵਿਚਾਰਾਂ ਵਿੱਚ ਰੰਗੇ ਜਾਣਾ ਚਾਹੁੰਦੇ ਹਨ। ਉਹ ਆਪਣੇ ਆਪ ਨੂੰ ਪੰਜਾਬੀ ਦਾ ਸੇਵਾਦਾਰ ਕਹਿੰਦੇ ਹਨ ਅਤੇ ਪੰਜਾਬੀ ਦਾ ਭਲਾ ਮੰਗਦੇ ਹਨ। ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਸਾਨੂੰ ਵੀ ਮਾਂ ਬੋਲੀ ਦੀ ਮਹੱਤਤਾ ਨੂੰ ਪਛਾਣਨਾ ਚਾਹੀਦਾ ਹੈ ਅਤੇ ਪੰਜਾਬੀ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਚਾਹੀਦਾ ਹੈ। ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਤਰੱਕੀ ਨਹੀਂ ਕੀਤੀ ਜਾ ਸਕਦੀ। ਮਾਂ ਬੋਲੀ ਹੀ ਆਪਸੀ ਸੰਚਾਰ ਵਾਸਤੇ ਢੁਕਵੀਂ ਭਾਸ਼ਾ ਹੈ। ਸੋ ਕਵੀ ਦਾ ਕਹਿਣ ਦਾ ਭਾਵ ਇਹ ਹੈ ਕਿ ਜੋ ਇਨਸਾਨ ਆਪਣੀ ਮਾਂ ਬੋਲੀ ਨੂੰ ਪਸੰਦ ਨਹੀਂ ਕਰਦੇ, ਭੁੱਲ ਜਾਂਦੇ ਆ, ਵਿਸਰ ਜਾਂਦੇ ਹਨ ਤਾਂ ਉਹਨਾਂ ਦੀ ਜ਼ਿੰਦਗੀ ਕਦੇ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਤਰੱਕੀ ਨਹੀਂ ਹੁੰਦੀ। ਔਰ ਜਿਹੜੀ ਸਾਡੀ ਮਾਂ ਬੋਲੀ ਹੈ ਉਸ ਵਿੱਚ ਅਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ। ਸੰਚਾਰ ਦਾ ਸਭ ਤੋਂ ਵਧੀਆ ਅਤੇ ਦਿਲ ਦੀ ਗੱਲ ਸ਼ੇਅਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ? ਆਪਣੀ ਮਾਂ ਬੋਲੀ ਦੇ ਵਿੱਚ ਗੱਲ ਕਰਨਾ। ਸੋ ਸਟੂਡੈਂਟਸ ਅੱਗੇ ਕੁਛ ਅਭਿਆਸ ਲਈ ਕੁਐਸਚਨ ਦਿੱਤੇ ਗਏ ਹਨ ਜੋ ਤੁਸੀਂ ਖੁਦ ਟਰਾਈ ਕਰਨੇ ਹਨ ਔਰ ਤੁਸੀਂ ਇਸ ਕੁਐਸਚਨ ਨੂੰ MCQs ਭਾਵ ਬਹੁ ਵਿਕਲਪੀ ਫਾਰਮ ਦੇ ਵਿੱਚ ਕਰਨੇ ਹਨ। ਧੰਨਵਾਦ।